ਸਤਿ ਸ਼੍ਰੀ ਅਕਾਲ ਦੋਸਤੋ। ਮੇਰੇ ਛੋਟੇ ਬੱਚੇ ਸੀ, ਮੈਨੂੰ ਕੋਈ ਨੌਕਰੀ ਨਹੀਂ ਮਿਲ ਰਹੀ ਸੀ। ਜਦੋਂ ਮੈਂ ਮਜਬੂਰ ਹੋ ਕੇ ਮਰਦ ਬਣ ਕੇ ਡਰਾਈਵਰ ਦੀ ਨੌਕਰੀ ਕਰਨ ਲੱਗੀ, ਮੇਰੇ ਮਾਲਕ ਬਹੁਤ ਚੰਗੇ ਸੀ। ਰੋਜ਼ ਮੇਰੇ ਨਾਲ ਰਸਤੇ ਵਿੱਚ ਗੱਲਾਂ ਕਰਦੇ ਜਾਂਦੇ। ਜਦੋਂ ਇੱਕ ਦਿਨ ਉਹਨਾਂ ਨੇ ਗੱਲਾਂ ਵਿੱਚ ਦੱਸਿਆ ਕਿ ਉਹ ਇੱਕ ਲੜਕੀ ਨਾਲ ਪਿਆਰ ਕਰਦੇ ਹਨ, ਮੈਂ ਕਿਹਾ ਤੁਸੀਂ ਉਸ ਦੇ ਘਰ ਰਿਸ਼ਤਾ ਲੈ ਜਾਓ। ਤੁਸੀਂ ਇੰਨੇ ਜਵਾਨ, ਖੂਬਸੂਰਤ ਤੇ ਅਮੀਰ ਹੋ, ਕੋਈ ਵੀ ਰਿਸ਼ਤਾ ਦੇ ਦੇਵੇਗਾ। ਪਰ ਮੇਰੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਜਦੋਂ ਉਸਨੇ ਮੇਰੀ ਹੀ ਫੋਟੋ। ਮੇਰਾ ਨਾਮ ਬਰਖਾ ਹੈ। ਮੈਂ ਆਪਣੇ ਪਾਪਾ ਦੀ ਇਕਲੌਤੀ ਔਲਾਦ ਸੀ। ਮੈਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਂਕ ਸੀ, ਇਸ ਲਈ ਮੈਂ 10ਵੀਂ ਪਾਸ ਕਰ ਰੱਖੀ ਸੀ। ਮੇਰੇ ਪਾਪਾ ਦਾ ਸੰਬੰਧ ਇੱਕ ਜੰਗੀਰਦਾਰ ਘਰਾਣੇ ਵਿੱਚੋਂ ਸੀ, ਇਸ ਲਈ ਮੈਨੂੰ ਪੈਸੇ ਅਤੇ ਜੌਬ ਦੀ ਕੋਈ ਸਮੱਸਿਆ ਨਹੀਂ ਸੀ। ਮੇਰੇ ਪਾਪਾ ਦੇ 2 ਭਰਾ ਤੇ ਇੱਕ ਭੈਣ ਸੀ। ਸ਼ੁਰੂ ਵਿੱਚ ਸਾਡੇ ਖਾਨਦਾਨ ਵਿੱਚ ਜਾਇਦਾਦ ਦੀ ਖਾਤਰ ਝਗੜੇ ਹੁੰਦੇ ਰਹਿੰਦੇ ਸੀ। ਪਾਪਾ ਸਾਰਾ ਦਿਨ ਅਦਾਲਤਾਂ ਵਿੱਚ ਧੱਕੇ ਖਾਂਦੇ। ਮੇਰੇ ਚਾਚੇ ਅਤੇ ਤਾਏ ਨੇ ਮਿਲ ਕੇ ਸਾਡੇ ਹਿੱਸੇ ਤੇ ਕਬਜ਼ਾ ਕਰ ਰੱਖਿਆ ਸੀ। ਫਿਰ ਉਨੀ ਦਿਨੀ ਅਚਾਨਕ ਮੇਰਾ ਤਾਇਆ ਸਾਡੇ ਤੇ ਮਿਹਰਬਾਨ ਹੋ ਗਿਆ। ਉਹਨਾਂ ਨੂੰ ਮੇਰੇ ਵਿੱਚ ਇੱਕ ਅਜਿਹੀ ਲੜਕੀ ਨਜ਼ਰ ਆਈ ਜੋ ਮੇਰੇ ਦੋਸਤ ਦੇ ਖਾਨਦਾਨ ਦੀ ਬਹੂ ਬਣ ਸਕਦੀ ਸੀ। ਮੇਰੀ ਮਾਂ ਕਹਿੰਦੀ ਸੱਪ ਦੇ ਬੱਚੇ ਸੱਪ ਦੇ ਹੀ ਹੁੰਦੇ ਆ। ਮੈਨੂੰ ਵੀ ਮੇਰੇ ਤਾਏ ਦਾ ਦੋਸਤ ਦਾ ਲੜਕਾ ਬਹੁਤ ਹੀ ਬੁਰਾ ਲੱਗਦਾ ਸੀ। ਉਸ ਦਾ ਪਹਿਲਾਂ ਵਿਆਹ ਹੋ ਚੁੱਕਿਆ ਸੀ। ਪਤਨੀ ਉਸ ਨੂੰ ਛੱਡ ਕੇ ਜਾ ਚੁੱਕੀ ਸੀ, ਜੋ ਕਿਸੇ ਹੋਰ ਜਾਤ ਵਿੱਚੋਂ ਸੀ। ਹੁਣ ਮੇਰੇ ਤਾਏ ਨੂੰ ਸੀ ਕਿ ਮੈਂ ਇਸ ਦਾ ਵਿਆਹ ਉਸ ਘਰੇ ਕਰਵਾ ਦੇਵਾਂ। ਉਹ ਸੋਚਦੇ ਹੋਣਗੇ ਕਿ ਜੇ ਇਹਨਾਂ ਦੇ ਖਾਨਦਾਨ ਵਿੱਚੋਂ ਕੁੜੀ ਹੋਵੇਗੀ ਤਾਂ ਮਾਰਨ ਕੁੱਟਣ ਤੋਂ ਬਾਅਦ ਘੱਟੋ ਘੱਟ ਘਰੋਂ ਭੱਜੇਗੀ ਤਾਂ ਨਹੀਂ। ਤੇ ਦੂਜੇ ਪਾਸੇ ਮੇਰਾ ਤਾਇਆ ਮੇਰੇ ਚਾਚੇ ਨਾਲ ਮਿਲ ਕੇ ਮੇਰੇ ਪਾਪਾ ਨੂੰ ਜਲੀਲ ਕਰਦਾ ਸੀ। ਇਸ ਲਈ ਮੇਰੇ ਪਾਪਾ ਨੇ ਕਿਹਾ ਕਿ ਮੇਰੇ ਤਾਂ ਇੱਕ ਹੀ ਬੇਟੀ ਆ, ਜਿਸ ਨੂੰ ਮੈਂ ਤੇਰੇ ਵਰਗਿਆਂ ਦੇ ਹਵਾਲੇ ਨਹੀਂ ਕਰ ਸਕਦਾ। ਕੁਝ ਦਿਨਾਂ ਬਾਅਦ ਮੇਰੀ ਸਹੇਲੀ ਦਾ ਵਿਆਹ ਸੀ ਤੇ ਮੈਂ ਉਹਨਾਂ ਦੇ ਘਰੇ ਗਈ ਤੇ ਰਾਤ ਨੂੰ ਮਹਿੰਦੀ ਤੋਂ ਹੁੰਦੇ ਹੋਏ ਮੈਨੂੰ ਕਾਫੀ ਹਨੇਰਾ ਹੋ ਗਿਆ ਜਦੋਂ ਮੇਰੇ ਕੋਲ ਇੱਕ ਤੇਜ਼ ਰਫ਼ਤਾਰ ਗੱਡੀ ਆ ਕੇ ਰੁਕੀ ਤੇ ਉਹਨਾਂ ਨੇ ਮੇਰੇ ਮੂੰਹ ਤੋਂ ਇੱਕ ਕੱਪੜਾ ਰੱਖਿਆ ਤੇ ਮੈਂ ਬੇਹੋਸ਼ ਹੋ ਗਈ। ਉਹ ਮੈਨੂੰ ਇੱਕ ਜੰਗਲ ਵਿੱਚ ਬਣੇ ਹੋਏ ਕਮਰੇ ਵਿੱਚ ਲੈ ਗਏ। ਉਹ ਕਮਰਾ ਬਹੁਤ ਹੀ ਛੋਟਾ ਜਿਹਾ ਸੀ। ਉੱਥੇ ਅਜਿਹੇ 5-6 ਕਮਰੇ ਬਣੇ ਹੋਏ ਸੀ ਜਿਸ ਵਿੱਚ ਕਈ ਹੋਰ ਵੀ ਲੜਕੀਆਂ ਸੀ ਜਿਨ੍ਹਾਂ ਤੋਂ ਕਲੱਬਾਂ ਵਿੱਚ ਡਾਂਸ ਕਰਵਾਇਆ ਜਾਂਦਾ ਸੀ ਤੇ ਕੋਠਿਆਂ ਤੇ ਭੇਜੀਆਂ ਜਾਂਦੀਆਂ ਸੀ। ਪੁਲਿਸ ਵੀ ਉਹਨਾਂ ਦੇ ਨਾਲ ਮਿਲੀ ਹੋਈ ਸੀ। ਇੱਕ ਦਿਨ ਉਹਨਾਂ ਵਿੱਚੋਂ ਇੱਕ ਲੜਕਾ ਮੈਨੂੰ ਦੇਖ ਕੇ ਬੜਾ ਹੀ ਮੁਸਕਰਾ ਰਿਹਾ ਸੀ। ਮੈਨੂੰ ਬੜਾ ਗੁੱਸਾ ਆਇਆ ਕਿਉਂਕਿ ਉਹ ਮੈਨੂੰ ਕਾਫੀ ਟਾਈਮ ਤੋਂ ਦੇਖ ਰਿਹਾ ਸੀ। ਮੈਂ ਡਰਦੇ ਮਾਰੇ ਕੋਲ ਬੈਠੀ ਇੱਕ ਲੜਕੀ ਦਾ ਹੱਥ ਫੜਿਆ ਤੇ ਕਿਹਾ ਕਿ ਰੱਬ ਤੋਂ ਪ੍ਰਾਰਥਨਾ ਕਰਕੇ ਆਪਾਂ ਇੱਥੋਂ ਨਿਕਲ ਜਾਈਏ। ਉੱਥੇ ਕਾਫੀ ਅਜਿਹੀਆਂ ਲੜਕੀਆਂ ਸੀ ਜੋ ਉਸ ਚੀਜ਼ਾਂ ਦੀਆਂ ਆਦੀ ਹੋ ਗਈਆਂ ਸੀ। ਉਹਨਾਂ ਨੂੰ ਕਿਸੇ ਵੀ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਸੀ, ਪਰ ਮੈਂ ਬਹੁਤ ਡਰੀ ਹੋਈ ਸੀ ਤੇ ਇੱਕ ਉਸ ਲੜਕੇ ਦੀ ਨਿਗਾਹ ਸੀ ਜੋ ਮੇਰੇ ਤੇ ਟਿਕੀ ਹੋਈ ਸੀ। ਉਦੋਂ ਹੀ ਮੇਰੇ ਨਾਲ ਬੈਠੀ ਨੇ ਕਿਹਾ ਕਿ ਉਸ ਦੀਆਂ ਨਜ਼ਰਾਂ ਤੋਂ ਅੰਦਾਜ਼ਾ ਨਹੀਂ ਲੱਗਦਾ ਕਿ ਉਹ ਲੜਕੇ ਦੀ ਤਰ੍ਹਾਂ ਆਮ ਲੜਕਾ ਨਹੀਂ, ਬਲਕਿ ਉਹ ਤਾਂ ਇੱਕ ਹਿਜੜਾ ਹੈ। ਮੈਂ ਮੁੜ ਕੇ ਹੈਰਾਨੀ ਨਾਲ ਉਸ ਲੜਕੇ ਵੱਲ ਦੇਖਿਆ ਤਾਂ ਉਹ ਹੁਣ ਕਿਸੇ ਹੋਰ ਲੜਕੇ ਨਾਲ ਹੱਥ ਤੇ ਹੱਥ ਮਾਰ ਕੇ ਗੱਲਾਂ ਕਰ ਰਿਹਾ ਸੀ। ਕਈ ਲੜਕੀਆਂ ਮੇਕਅਪ ਕਰਕੇ ਤਿਆਰ ਹੋ ਰਹੀਆਂ ਸੀ। ਮੈਂ ਉਹਨਾਂ ਵੱਲ ਵੇਖ ਕੇ ਹੈਰਾਨ ਹੁੰਦੀ। ਇੰਨੇ ਨੂੰ ਕੁਝ ਆਦਮੀ ਅੰਦਰ ਆਏ ਤੇ ਉਹ ਤਿਆਰ ਹੋਈਆਂ ਲੜਕੀਆਂ ਨੂੰ ਲਿਜਾਣ ਲੱਗੇ। ਉਹਨਾਂ ਵਿੱਚ 4-5 ਬੱਚੇ ਵੀ ਸੀ ਜੋ ਬੁਰੀ ਤਰ੍ਹਾਂ ਰੋ ਰਹੇ ਸੀ। ਮੈਂ ਇੱਕ ਬੱਚੇ ਦੇ ਕੋਲ ਜਾ ਕੇ ਬੈਠ ਗਈ ਤੇ ਉਸ ਦੇ ਸਿਰ ਤੇ ਹੱਥ ਰੱਖਿਆ। ਉਹ ਮੇਰੇ ਨਾਲ ਕਾਫੀ ਟਾਈਮ ਗੱਲਾਂ ਕਰਦਾ ਰਿਹਾ। ਉਹ ਸਾਨੂੰ 24 ਘੰਟਿਆਂ ਵਿੱਚ ਇੱਕ ਵਾਰ ਖਾਣਾ ਖਾਣ ਨੂੰ ਦਿੰਦੇ ਸੀ। ਮੈਨੂੰ ਤਾਂ ਉਸ ਦਿਨ ਦਾ ਡਰ ਸੀ ਜਦੋਂ ਇਹ ਮੈਨੂੰ ਵੀ ਘਿਨਾਉਣੇ ਕੰਮ ਕਰਨ ਨੂੰ ਮਜਬੂਰ ਕਰ ਦੇਣਗੇ। ਆਖਿਰ ਆਪਾਂ ਜਿੰਨਾਂ ਚੀਜ਼ਾਂ ਤੋਂ ਡਰਦੇ ਆਂ ਉਹੀ ਹੁੰਦਾ। ਇਹ ਲੋਕ ਉੱਥੇ ਰਹਿ ਰਹੀਆਂ ਕੁੜੀਆਂ ਨੂੰ ਨਸ਼ੇ ਦੀਆਂ ਆਦ ਬਣਾ ਰਹੇ ਸੀ ਤਾਂ ਕਿ ਉਹਨਾਂ ਤੋਂ ਨਸ਼ਾ ਬਕਵਾ ਸਕਣ। ਇੱਕ ਦਿਨ ਮੈਨੂੰ ਵੀ ਇੱਕ ਅਲੱਗ ਕਮਰੇ ਵਿੱਚ ਲਿਜਾਇਆ ਗਿਆ ਤੇ ਉੱਥੇ ਮੇਰੇ ਕਿਸੇ ਨੇ ਇੰਜੈਕਸ਼ਨ ਲਾਇਆ। ਹੁਣ ਇਹ ਕੰਮ ਰੋਜ਼ ਹੋਣ ਲੱਗਿਆ ਤੇ ਕਦੋਂ ਮੈਂ ਨਸ਼ੇ ਦੀ ਆਦੀ ਹੋ ਗਈ ਮੈਨੂੰ ਪਤਾ ਹੀ ਨਾ ਲੱਗਾ। ਹੁਣ ਕਿਸੇ ਨੂੰ ਮੈਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੀ। ਮੈਂ ਖੁਦ ਨਸ਼ੇ ਦੀ ਤਲਬ ਵਿੱਚ ਉਸ ਲੜਕੇ ਦੇ ਕੋਲ ਚਲੀ ਜਾਂਦੀ ਸੀ। ਉਹ ਮੇਰੇ ਨਾਲ ਹਲਕੀਆਂ ਫੁਲਕੀਆਂ ਗੱਲਾਂ ਕਰਦਾ। ਮੇਰਾ ਨਾਮ ਕੀ ਆ, ਮੈਂ ਕਿੱਥੋਂ ਆਈ ਹਾਂ। ਮੈਂ ਦੱਸਣ ਲੱਗੀ ਰੋਣ ਲੱਗ ਜਾਂਦੀ। ਮੈਂ ਉਸ ਨੂੰ ਕਹਿੰਦੀ ਕਿ ਮੈਂ ਉਹ ਬਦਨਸੀਬ ਆ ਜਿਸ ਦੇ ਮਾਂ-ਬਾਪ ਜਿਉਂਦੇ ਹੀ ਮਰ ਗਏ ਹੋਣਗੇ। ਲੋਕਾਂ ਨੇ ਪਤਾ ਨਹੀਂ ਉਹਨਾਂ ਨੂੰ ਕੀ ਕਿਹਾ ਹੋਊਗਾ ਕਿਉਂਕਿ ਮੇਰਾ ਤਾਇਆ ਤੇ ਚਾਚਾ ਤਾਂ ਪਹਿਲਾਂ ਹੀ ਉਹਨਾਂ ਨਾਲ ਲੱਗਦੇ ਸੀ।
ਉਹ ਲੜਕਾ ਜਿਸ ਦਾ ਨਾਂ ਰਾਹੁਲ ਸੀ, ਉਸਨੇ ਇੱਕ ਦਿਨ ਮੈਨੂੰ ਵਾਅਦਾ ਕੀਤਾ ਕਿ ਮੈਂ ਤੈਨੂੰ ਇੱਥੋਂ ਕੱਢ ਦੇਵਾਂਗਾ। ਇਹ ਮੈਨੂੰ ਨਹੀਂ ਪਤਾ, ਟਾਈਮ ਲੰਘ ਜਾਂਦਾ ਤੇ ਮੈਨੂੰ ਲੱਗਦਾ ਜਿਸ ਨਾਲ ਗੁਜ਼ਰਿਆ ਹੁੰਦਾ ਉਸ ਨੂੰ ਹੀ ਪਤਾ ਹੁੰਦਾ। ਇੱਕ ਦਿਨ ਜੋ ਸਾਡੀ ਨਿਗਰਾਨੀ ਵਿੱਚ ਆਦਮੀ ਖੜਾ ਹੁੰਦਾ ਸੀ, ਉਹ ਵੀ ਨਸ਼ੇ ਕਰਦਾ ਸੀ। ਉਸਨੇ ਸ਼ਰਾਬ ਪੀ ਰੱਖੀ ਸੀ। ਉਹ ਆਦਮੀ ਖੜਾ ਖੜਾ ਫਰਸ਼ ਤੇ ਡਿੱਗ ਗਿਆ। ਅਸੀਂ ਉਸ ਮੌਕੇ ਦਾ ਫਾਇਦਾ ਉਠਾ ਕੇ ਉੱਥੋਂ ਨਿਕਲਣ ਦੀ ਕੀਤੀ। ਇੱਕ ਇੱਕ ਕਰਕੇ ਉੱਥੋਂ ਭੱਜਣਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਦੇ ਗੈਂਗ ਦੇ ਬਾਕੀ ਲੋਕਾਂ ਨੂੰ ਪਤਾ ਲੱਗ ਗਿਆ। ਉਹਨਾਂ ਨੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਯਕੀਨ ਮੰਨਿਓ, ਉਸ ਦਿਨ ਪਤਾ ਲੱਗਿਆ ਕਿ ਆਜ਼ਾਦੀ ਕੀ ਹੁੰਦੀ ਆ ਤੇ ਜਾਨ ਕਿੰਨੀ ਪਿਆਰੀ ਹੁੰਦੀ ਆ। ਮੈਂ ਭੱਜਦੀ ਭੱਜਦੀ ਇੰਨੇ ਜ਼ੋਰ ਦੀ ਡਿੱਗੀ ਕਿ ਮੇਰੀ ਬਾਂਹ ਟੁੱਟ ਗਈ, ਪਰ ਉਸ ਵਕਤ ਤੋਂ ਤਕਲੀਫ ਨਹੀਂ ਹੋ ਰਹੀ ਸੀ। ਇਹ ਇੱਕ ਸੁਨਸਾਨ ਜਗ੍ਹਾ ਸੀ ਜਿੱਥੇ ਇਕੱਲੇ ਦਰਖਤ ਹੀ ਦਰਖਤ ਸੀ, ਪੱਕੀ ਸੜਕ ਸੀ ਤੇ ਲੋਕਾਂ ਦੀਆਂ ਗੱਡੀਆਂ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਕਿ ਕਿਤੇ ਕੋਈ ਟਿਕਾਣੇ ਤੇ ਪਹੁੰਚਾ ਸਕੇ, ਪਰ ਕੋਈ ਵੀ ਰੋਕਣ ਦਾ ਰਿਸਕ ਨਹੀਂ ਲੈਂਦਾ ਸੀ। ਮੈਂ ਤੁਰਨਾ ਸ਼ੁਰੂ ਕੀਤਾ। ਇੱਕ ਤਾਂ ਭੁੱਖ ਤੇ ਦੂਜਾ ਨਸ਼ੇ ਦੀ ਆਦਤ ਨਾਲ ਸਿਹਤ ਖਰਾਬ ਹੋ ਗਈ ਸੀ। ਤੁਰਦੇ ਤੁਰਦੇ ਬੇਹੋਸ਼ ਹੋ ਕੇ ਡਿੱਗ ਗਈ। ਮੇਰੀ ਅੱਖ ਖੁੱਲੀ ਤਾਂ ਇੱਕ ਹਸਪਤਾਲ ਦੇ ਵਾਰਡ ਵਿੱਚ ਸੀ। ਮੇਰੇ ਕੋਲ ਇੱਕ ਡਾਕਟਰ ਤੇ 2 ਪੁਲਿਸ ਵਾਲੇ ਖੜੇ ਸੀ। ਪੁਲਿਸ ਵਾਲਿਆਂ ਨੇ ਹੋਸ਼ ਵਿੱਚ ਆਉਂਦੇ ਹੀ ਮੈਨੂੰ ਪੁੱਛਣਾ ਸ਼ੁਰੂ ਕਰ ਦਿੱਤਾ। ਮੈਂ ਡਰਦੀ ਸੀ ਕਿ ਜਿਸ ਮੁਸੀਬਤ ਵਿੱਚੋਂ ਨਿਕਲੀ ਹਾਂ ਦੁਬਾਰਾ ਨਾ ਫਸ ਜਾਵਾਂ, ਇਸ ਲਈ ਮੈਂ ਸਾਫ਼ ਹੀ ਮੁੱਕਰ ਗਈ। ਉਹਨਾਂ ਨੇ ਮੇਰਾ ਐਡਰੈਸ ਲਿਆ ਤੇ ਕੁਝ ਹੀ ਦੇਰ ਬਾਅਦ ਮੇਰੀ ਬਦਨਸੀਬ ਮਾਂ ਉੱਥੇ ਪਹੁੰਚ ਗਈ। ਉਹ ਮੈਨੂੰ ਕਈ ਮਹੀਨਿਆਂ ਬਾਅਦ ਮਿਲੀ ਸੀ। ਮੇਰੇ ਅਗਵਾ ਹੋਣ ਤੋਂ ਬਾਅਦ ਪਾਪਾ ਨੂੰ ਲੋਕਾਂ ਨੇ ਕਿਹਾ ਕਿ ਤੇਰੀ ਬੇਟੀ ਬਦਚਲਣ ਸੀ, ਘਰੋਂ ਭੱਜ ਗਈ। ਮੇਰਾ ਪਾਪਾ ਇਹ ਸਦਮਾ ਸਹਾਰ ਨਾ ਸਕਿਆ ਤੇ ਇਸ ਦੁਨੀਆ ਨੂੰ ਛੱਡ ਕੇ ਹਮੇਸ਼ਾ ਹਮੇਸ਼ਾ ਲਈ ਚਲਿਆ ਗਿਆ। ਮੇਰੀ ਮਾਂ ਆਪਣੀ ਬੇਟੀ ਅਤੇ ਪਤੀ ਦੇ ਗਮ ਵਿੱਚ ਦਿਮਾਗੀ ਤੌਰ ਤੇ ਬਿਮਾਰ ਹੋ ਗਈ। ਜਦੋਂ ਮੇਰੀ ਮਾਂ ਨੇ ਮੇਰੀ ਹਾਲਤ ਦੇਖੀ, ਉਹ ਰੋ ਰੋ ਕੇ ਇਹੀ ਕਹਿ ਰਹੀ ਸੀ ਕਿ ਉਸ ਦਾ ਕੱਖ ਨਾ ਰਹੇ ਜਿਸ ਨੇ ਮੇਰਾ ਘਰ ਉਜਾੜ ਦਿੱਤਾ। 3 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਮੈਂ ਮਾਂ ਦੇ ਨਾਲ ਘਰ ਆ ਗਈ। ਲੋਕਾਂ ਨੂੰ ਇਹ ਕਹਿਣਾ ਤਾਂ ਸੌਖਾ ਹੁੰਦਾ ਕਿ ਘਰੋਂ ਭੱਜ ਗਈ, ਪਰ ਕਿਉਂ ਭੱਜੀ, ਕੀ ਹੋਇਆ, ਕਿਵੇਂ ਆਈ, ਇਹ ਨਹੀਂ ਦੱਸਦਾ। ਲੋਕ ਆਪਣੀ ਨਿਗਾਹ ਦੇ ਮੁਤਾਬਕ ਦੂਜਿਆਂ ਤੇ ਇਲਜ਼ਾਮ ਲਗਾਉਂਦੇ ਹਨ। ਅਸੀਂ ਉਹ ਲੋਕ ਹਾਂ ਜੋ ਦੂਜਿਆਂ ਦੇ ਨਰਕ ਵਿੱਚ ਜਾਣ ਦੀ ਫਿਕਰ ਰਹਿੰਦੀ ਹੈ ਤੇ ਇਹ ਭੁੱਲ ਜਾਂਦੇ ਹਾਂ ਕਿ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਸਵਰਗ ਵੀ ਗਵਾ ਰਹੇ ਹਾਂ। ਸਾਰਾ ਖਾਨਦਾਨ ਘਰ ਵਿੱਚ ਇਕੱਠਾ ਹੋਇਆ ਸੀ। ਜਿੰਨੇ ਮੂੰਹ ਓਨੀਆਂ ਗੱਲਾਂ ਹੋ ਰਹੀਆਂ ਸੀ। ਕੋਈ ਕਹਿੰਦਾ ਸੀ ਉਹ ਲੜਕਾ ਕਿੱਥੇ ਆ ਜਿਸ ਦੀ ਵਜ੍ਹਾ ਨਾਲ ਘਰੋਂ ਭੱਜੀ ਸੀ। ਕੋਈ ਕਹਿੰਦਾ ਸੀ ਇਸ ਦਾ ਬਾਪ ਦੁਨੀਆ ਤੋਂ ਚਲਿਆ ਗਿਆ ਇਸ ਦੀ ਵਜ੍ਹਾ ਕਰਕੇ। ਕੋਈ ਕਹਿੰਦਾ ਸੀ ਉਹ ਲੜਕਾ ਹੀ ਬੁਝਦਿਲ ਹੋਵੇਗਾ ਜੋ ਇਸ ਨੂੰ ਇਸ ਟਾਈਮ ਵਿੱਚ ਇਕੱਲਾ ਛੱਡ ਗਿਆ। ਕੋਈ ਕਹਿ ਰਿਹਾ ਸੀ ਜਦੋਂ ਭੱਜ ਗਈ ਸੀ ਤਾਂ ਵਾਪਸ ਕਿਉਂ ਆਈ, ਉਹ ਲੋਕਾਂ ਨੇ ਰੱਖਿਆ ਨਹੀਂ ਤੈਨੂੰ। ਆਪਾਂ ਵਜ੍ਹਾ ਵੀ ਇੱਕ ਹੱਦ ਤੱਕ ਦਿੰਦੇ ਹਾਂ। ਜਦੋਂ ਕੋਈ ਸੱਚ ਝੂਠ ਦੀ ਪਰਵਾਹ ਕੀਤੇ ਬਗੈਰ ਸਿਰਫ ਇਲਜ਼ਾਮ ਹੀ ਲਗਾਈ ਜਾ ਰਿਹਾ ਹੋਵੇ ਤੇ ਸੁਣਨੇ ਨੂੰ ਤਿਆਰ ਨਾ ਹੋਵੇ ਤਾਂ ਆਪਾਂ ਸੋਚਦੇ ਹਾਂ ਕਿ ਆਪਣੇ ਕਿਰਦਾਰ ਦਾ ਸਰਟੀਫਿਕੇਟ ਦੇਣ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਰਾਤ ਵੀ ਘਰੋਂ ਬਾਹਰ ਰਹਿਣਾ ਸਾਡੇ ਮੁਹੱਲੇ ਵਿੱਚ ਔਰਤਾਂ ਦੇ ਲਈ ਸਜ਼ਾ ਬਣ ਜਾਂਦਾ ਸੀ। ਉਸ ਦਾ ਆਪਣਾ ਖਾਨਦਾਨ ਹੀ ਉਸ ਨੂੰ ਕਬੂਲ ਨਹੀਂ ਕਰਦਾ। ਮੈਂ ਤਾਂ 6 ਮਹੀਨਿਆਂ ਬਾਅਦ ਘਰੇ ਆਈ ਸੀ। ਮੇਰੇ ਤੇ ਬਹੁਤ ਇਲਜ਼ਾਮ ਲੱਗ ਰਹੇ ਸੀ। ਇਸ ਵਿੱਚ ਮੇਰੀ ਇੱਕ ਮਾਂ ਹੀ ਮੇਰਾ ਸਹਾਰਾ ਸੀ। ਅਸੀਂ ਮਾਂ ਬੇਟੀ ਉਹ ਸ਼ਰੀਫਾਂ ਦਾ ਮਹੱਲਾ ਛੱਡ ਕੇ ਸ਼ਹਿਰ ਵਿੱਚ ਆ ਗਈਆਂ। ਸ਼ਹਿਰ ਵਿੱਚ ਮੇਰੀ ਮਾਂ ਦੀ ਇੱਕ ਪੁਰਾਣੀ ਸਹੇਲੀ ਸੀ। ਅਸੀਂ ਰਾਤ ਦੇ 10 ਵਜੇ ਉਸ ਦੇ ਘਰੇ ਪਹੁੰਚੀਆਂ। ਉਹ ਸਾਨੂੰ ਉਸ ਟਾਈਮ ਦੇਖ ਕੇ ਪਤਾ ਨਹੀਂ ਕਿਉਂ ਘਬਰਾ ਗਈ। ਉਸਨੇ ਸਾਨੂੰ ਕਮਰੇ ਵਿੱਚ ਬਿਠਾਇਆ। ਹਾਲ ਚਾਲ ਪੁੱਛਣ ਤੋਂ ਬਾਅਦ ਖਾਣਾ ਖਵਾਇਆ। ਥੋੜੇ ਟਾਈਮ ਵਿੱਚ ਹੀ ਮੈਨੂੰ ਉਸ ਦੇ ਹੈਰਾਨ ਹੋਣ ਦੀ ਵਜ੍ਹਾ ਸਮਝ ਆ ਗਈ। ਉਸ ਦਾ ਪਾਗਲ ਬੇਟਾ ਉੱਥੇ ਆ ਗਿਆ। ਉਹ ਬਾਰ-ਬਾਰ ਬੱਚਿਆਂ ਦੀ ਤਰ੍ਹਾਂ ਅਜੀਬ ਹਰਕਤਾਂ ਕਰ ਰਿਹਾ ਸੀ। ਉਹ ਮੇਰੇ ਕੋਲ ਆਇਆ ਤੇ ਮੇਰੀ ਮਾਂ ਨੇ ਕਿਹਾ ਤੂੰ ਇਸ ਦੀ ਗੱਲ ਮੰਨ ਲੈ, ਜਿਵੇਂ ਤੈਨੂੰ ਕਹਿੰਦਾ ਉਵੇਂ ਕਰ ਲਾ। ਮਾਂ ਦੀ ਸਹੇਲੀ ਨੇ ਦੱਸਿਆ ਕਿ ਇਹ ਬਹੁਤ ਹੀ ਹੁਸ਼ਿਆਰ ਅਤੇ ਪੜ੍ਹਿਆ ਲਿਖਿਆ ਸੀ। ਇੱਕ ਟਾਈਮ ਵਿੱਚ ਕਾਲਜ ਵਿੱਚ ਬੈਸਟ ਪਲੇਅਰ ਸੀ। ਇੱਕ ਵਾਰ ਕਿਸੇ ਖਿਡਾਰੀ ਨੇ ਇਸ ਦੇ ਸਿਰ ਵਿੱਚ ਕੋਈ ਚੀਜ਼ ਮਾਰ ਦਿੱਤੀ, ਜਿਸ ਦੇ ਬਾਅਦ ਬੇਹੋਸ਼ ਹੋ ਗਿਆ ਤੇ ਪੂਰਾ ਮਹੀਨਾ ਹਸਪਤਾਲ ਰਹਿਣ ਤੋਂ ਬਾਅਦ ਡਾਕਟਰਾਂ ਨੂੰ ਉਮੀਦ ਨਹੀਂ ਸੀ ਕਿ ਇਹ ਠੀਕ ਹੋਵੇਗਾ ਤੇ ਆਖਰ ਉਹੀ ਹੋਇਆ। ਇਸ ਦੇ ਦਿਮਾਗ ਵਿੱਚ ਸੱਟ ਲੱਗਣ ਦੀ ਵਜ੍ਹਾ ਨਾਲ ਇਹ ਇਸ ਤਰ੍ਹਾਂ ਹੋ ਗਿਆ। 25 ਸਾਲ ਦੀ ਉਮਰ ਵਿੱਚ ਵੀ ਇਹ ਉਸ ਦਾ ਬਚਪਨ ਹੀ ਆ। ਉਸ ਦਾ ਨਾਮ ਸਾਹਿਲ ਸੀ। ਮੇਰੀ ਮਾਂ ਬੇਟੀ ਉਹਨਾਂ ਦੇ ਘਰ ਰਹਿਣ ਲੱਗੀਆਂ। ਉਹ ਸਾਹਿਲ ਕਿਸੇ ਦੀ ਗੱਲ ਨਹੀਂ ਮੰਨਦਾ ਸੀ। ਹੌਲੀ ਹੌਲੀ ਉਸ ਦੀ ਮੇਰੇ ਨਾਲ ਦੋਸਤੀ ਹੋ ਗਈ।
ਉਸਨੇ ਮੇਰੇ ਹੱਥੋਂ ਹੀ ਖਾਣਾ। ਮੇਰੀ ਮਾਂ ਆਪਣੀ ਸਹੇਲੀ ਦੇ ਨਾਲ ਕੱਪੜੇ ਸਿਲਾਈ ਕਰਦੀ, ਸਾਰਾ ਦਿਨ ਘਰ ਦੇ ਕੰਮ ਕਰਦੀ। ਸਾਡੇ ਤੇ ਵੀ ਉਹਨਾਂ ਦਾ ਅਹਿਸਾਨ ਸੀ। ਉਹਨਾਂ ਨੇ ਸਾਨੂੰ ਰਹਿਣ ਲਈ ਛੱਤ ਜੋ ਦਿੱਤੀ ਸੀ। ਮੇਰੀ ਮਾਂ ਦੀ ਸਹੇਲੀ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਉਹ ਮਾਂ ਬੇਟਾ ਘਰ ਵਿੱਚ ਇਕੱਲੇ ਰਹਿੰਦੇ ਸੀ। ਪਰ ਕੁਝ ਸਾਲਾਂ ਬਾਅਦ ਮਾਂ ਦੀ ਸਹੇਲੀ ਨੇ ਅਜੀਬ ਜਿਹੀ ਫਰਮਾਇਸ਼ ਕਰ ਦਿੱਤੀ ਕਿ ਉਹ ਮੇਰਾ ਵਿਆਹ ਆਪਣੇ ਬੇਟੇ ਨਾਲ ਕਰਨਾ ਚਾਹੁੰਦੀ ਆ। ਸਭ ਜਾਣਦੇ ਸੀ ਕਿ ਉਹ ਦਿਮਾਗੀ ਮਰੀਜ਼ ਆ, ਲੇਕਿਨ ਉਹ ਇੱਕ ਬੱਚਿਆਂ ਵਰਗਾ ਦਿਮਾਗ ਰੱਖਣ ਵਾਲਾ ਇਨਸਾਨ ਸੀ, ਜਿਸ ਨੂੰ ਆਪਣੇ ਫਾਇਦੇ ਨੁਕਸਾਨ ਦਾ ਕੋਈ ਪਤਾ ਨਹੀਂ ਸੀ। ਮਾਂ ਨੇ ਕਿਹਾ ਕਿ ਤੇਰੇ ਘਰ ਰਹਿਣ ਦੀ ਇੰਨੀ ਵੱਡੀ ਕੀਮਤ ਤਾਂ ਨਾ ਮੰਗ। ਮੇਰੀ ਮਾਂ ਦੀ ਸਹੇਲੀ ਨੇ ਸ਼ਰਤ ਰੱਖ ਦਿੱਤੀ, ਜਾਂ ਤਾਂ ਮੇਰੇ ਬੇਟੇ ਨਾਲ ਵਿਆਹ ਕਰ, ਜਾਂ ਫਿਰ ਤੂੰ ਆਪਣੇ ਰਹਿਣ ਦਾ ਬੰਦੋਬਸਤ ਕਿਤੇ ਹੋਰ ਕਰ ਲਾ। ਲੋਕ ਕਿਵੇਂ ਚਿਹਰਿਆਂ ਉੱਤੇ ਨਕਾਬ ਪਹਿਨ ਕੇ ਫਿਰਦੇ ਆ, ਉਹ ਮੈਨੂੰ ਉਸ ਦਿਨ ਪਤਾ ਲੱਗਿਆ। ਮੈਂ ਉਸ ਨੂੰ ਕੀ ਸਮਝਦੀ ਸੀ ਤੇ ਉਹ ਕੀ ਨਿਕਲੀ। ਮੇਰੀ ਮਾਂ ਨੇ ਕਿਹਾ ਕਿ ਮੈਂ ਆਪਣੀ ਬੇਟੀ ਦਾ ਇਸ ਪਾਗਲ ਨਾਲ ਵਿਆਹ ਨਹੀਂ ਕਰਾਂਗੀ, ਪਰ ਪਤਾ ਨਹੀਂ ਕਿਉਂ ਮੇਰਾ ਸਾਹਿਲ ਦੇ ਲਈ ਦਿਲ ਨਰਮ ਹੋ ਗਿਆ ਸੀ। ਉਹ ਚਾਹੇ ਬੱਚਿਆਂ ਵਰਗਾ ਦਿਮਾਗ ਰੱਖਦਾ ਸੀ, ਪਰ ਉਹ ਮੈਨੂੰ ਚੰਗਾ ਲੱਗਣ ਲੱਗਾ ਸੀ। ਮੈਂ ਮਾਂ ਨੂੰ ਕਿਹਾ ਕਿ ਮੈਂ ਵੀ ਇੰਨੀ ਖਾਸ ਤਾਂ ਨਹੀਂ ਜੋ ਸ਼ਹਿਜ਼ਾਦਾ ਸਲੀਮ ਮਿਲੂਗਾ। ਇਹ ਆਪਣੇ ਲਈ ਚੰਗਾ ਕਿ ਆਪਾਂ ਇਸ ਘਰ ਵਿੱਚ ਹੀ ਰਹੀਏ। ਮਾਂ ਰੋਂਦੀ ਹੋਈ ਕਹਿਣ ਲੱਗੀ ਕਿ ਮੇਰੀ ਇੱਕ ਹੀ ਬੇਟੀ ਸੀ, ਕਿਹੋ ਜਿਹੀ ਬਦਕਿਸਮਤ ਨਸੀਬ ਲੈ ਕੇ ਪੈਦਾ ਹੋਈ। ਉਦੋਂ ਹੀ ਦੇਖਿਆ ਕਿ ਕਮਰੇ ਦੇ ਦਰਵਾਜ਼ੇ ਤੇ ਸਾਹਿਲ ਸਾਡੀਆਂ ਗੱਲਾਂ ਸੁਣ ਰਿਹਾ ਸੀ। ਉਸ ਦੇ ਹੱਥ ਵਿੱਚ ਇੱਕ ਨਿੱਕੀ ਜਿਹੀ ਗੁੱਡੀ ਸੀ। ਉਸਨੇ ਮੈਨੂੰ ਬੁਲਾਇਆ ਤੇ ਉਹ ਗੁੱਡੀ ਮੈਨੂੰ ਫੜਾ ਦਿੱਤੀ ਤੇ ਕਿਹਾ ਕਿ ਇਹ ਬਿਲਕੁਲ ਤੇਰੇ ਵਰਗੀ ਆ। ਮੈਂ ਉਹ ਗੁੱਡੀ ਫੜੀ ਤੇ ਸੋਚਿਆ ਕਿ ਮੇਰੀ ਜ਼ਿੰਦਗੀ ਇਸ ਰੂੰ ਦੀ ਗੁੱਡੀ ਵਰਗੀ ਹੀ ਤਾਂ ਹੈ। ਥੋੜੇ ਦਿਨਾਂ ਬਾਅਦ ਹੀ ਮੇਰਾ ਵਿਆਹ ਉਸ ਨਾਲ ਹੋ ਗਿਆ, ਪਰ ਇਹ ਅਸੀਂ ਮਜਬੂਰੀ ਵਿੱਚ ਕੀਤਾ ਸੀ। ਚੰਗੀ ਸ਼ਕਲ ਦਾ ਲੜਕਾ ਸੀ। ਜਦੋਂ ਤੱਕ ਬੋਲਦਾ ਜਾਂ ਗੱਲਾਂ ਨਾ ਕਰਦਾ ਤਾਂ ਕੋਈ ਨਹੀਂ ਕਹਿ ਸਕਦਾ ਸੀ ਕਿ ਇਹ ਨੌਜਵਾਨ ਦਾ ਦਿਮਾਗ ਬੱਚਿਆਂ ਵਰਗਾ। ਮੇਰੇ ਵਿਆਹ ਦੇ ਬਾਅਦ ਸਾਹਿਲ ਦੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਸੁੱਟ ਦਿੱਤੀ। ਹੁਣ ਉਹ ਮੈਨੂੰ ਇੱਕ ਬੱਚਿਆਂ ਦੀ ਤਰ੍ਹਾਂ ਸਾਂਭਣਾ ਪੈਂਦਾ, ਪਰ ਉਸ ਦੀ ਦਵਾਈ ਚੱਲਦੀ ਸੀ। ਮੇਰੇ ਪਿਆਰ ਤੇ ਸਾਂਭ ਸੰਭਾਲ ਨਾਲ ਉਹ ਦਿਨ ਬਦਿਨ ਠੀਕ ਹੋਣ ਲੱਗਾ। ਮੇਰਾ ਵੀ ਸਾਰਾ ਦਿਨ ਤੇ ਰਾਤ ਇਹੀ ਅਰਦਾਸਾਂ ਕਰਦੇ ਲੰਘਦਾ ਕਿ ਮੇਰਾ ਪਤੀ ਠੀਕ ਹੋ ਜਾਵੇ। ਕਹਿੰਦੇ ਆ ਕਿ ਅਰਦਾਸ ਵਿੱਚ ਬਹੁਤ ਤਾਕਤ ਹੁੰਦੀ ਆ। ਸਾਹਿਲ ਨਾਲੋਂ ਬਹੁਤ ਜ਼ਿਆਦਾ ਚੰਗਾ ਹੋ ਗਿਆ ਸੀ, ਪਰ ਹੁਣ ਪਤਾ ਨਹੀਂ ਮੇਰੀ ਸੱਸ ਨੂੰ ਕੀ ਹੋ ਗਿਆ। ਉਹ ਮੈਨੂੰ ਸਾਹਿਲ ਕੋਲ ਬੈਠਣ ਨਾ ਦਿੰਦੀ। ਉਹਨਾਂ ਦਿਨਾਂ ਵਿੱਚ ਮੇਰੀ ਮਾਂ ਦੀ ਸਿਹਤ ਵਿਗੜ ਗਈ ਤੇ ਮੈਨੂੰ ਆਪਣੀ ਬਦਕਿਸਮਤੀ ਦਾ ਯਕੀਨ ਹੋਣ ਲੱਗਿਆ। ਮੇਰੀ ਸੱਸ ਨੇ ਮਦਦ ਲਈ ਸਾਫ਼ ਮਨਾ ਕਰ ਦਿੱਤਾ ਤੇ ਮੇਰਾ ਸਾਰਾ ਮਹੀਨਾ ਸਰਕਾਰੀ ਹਸਪਤਾਲ ਵਿੱਚ ਮਾਂ ਦੇ ਇਲਾਜ ਕਰਵਾਉਂਦੀ ਵਿੱਚ ਲੰਘਿਆ। ਉਦੋਂ ਅੱਧੀ ਦਵਾਈ ਮਿਲਦੀ ਤੇ ਅੱਧੀ ਦਵਾਈ ਕਹਿ ਦਿੰਦੇ ਬਾਹਰੋਂ ਮੈਡੀਕਲ ਸਟੋਰ ਵਿੱਚੋਂ ਲੈ ਆਓ। ਮੈਂ ਬਦਕਿਸਮਤ ਬੇਟੀ ਸੀ ਜੋ ਆਪਣੀ ਮਾਂ ਦੇ ਕਿਸੇ ਕੰਮ ਨਾ ਆ ਸਕੀ, ਬਲਕਿ ਉਸ ਦੀ ਤਬਾਹੀ ਦਾ ਕਾਰਨ ਬਣ ਗਈ। ਸਰਦੀਆਂ ਦੀਆਂ ਰਾਤਾਂ ਵਿੱਚ ਮੇਰੀ ਮਾਂ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੀ ਇਨਸਾਨੀਅਤ ਦੇਖਦੀ ਰਹੀ। ਅਤੇ ਫਿਰ ਇੱਕ ਦਿਨ ਜਦੋਂ ਮੇਰੀ ਅੱਖ ਖੁੱਲੀ ਤਾਂ ਉਸ ਲੱਕੜੀ ਦੇ ਬੈਂਚ ਤੇ ਪੈ ਕੇ ਮੇਰਾ ਜਿਸਮ ਆਕੜ ਚੁੱਕਿਆ ਸੀ। ਜਦੋਂ ਮਾਂ ਨੂੰ ਆਵਾਜ਼ ਦਿੱਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰੀ ਮਾਂ ਮੈਨੂੰ ਛੱਡ ਕੇ ਪਤਾ ਨਹੀਂ ਕਦੋਂ ਦੀ ਇਸ ਦੁਨੀਆ ਤੋਂ ਜਾ ਚੁੱਕੀ ਸੀ। ਮੈਂ ਦੁਨੀਆ ਵਿੱਚ ਬਿਲਕੁਲ ਇਕੱਲੀ ਰਹਿ ਗਈ। ਇੱਕ ਇੱਕ ਕਰਕੇ ਮੇਰੇ ਸਾਰੇ ਰਿਸ਼ਤੇ ਟੁੱਟ ਗਏ ਸਨ। ਸਾਰਾ ਦਿਨ ਰਾਤ ਸੋਚਾਂ ਵਿੱਚ ਹੀ ਲੰਘ ਜਾਂਦਾ। ਜਦੋਂ ਆਪਣੇ ਆਸੇ-ਪਾਸੇ ਆਪਾਂ ਨੂੰ ਕੋਈ ਨਹੀਂ ਦਿਖਦਾ ਤਾਂ ਆਪਾਂ ਨਾਰਾਜ਼ ਹੋ ਕੇ ਆਪਣੇ ਆਪ ਨੂੰ ਖਤਮ ਕਰਨ ਬਾਰੇ ਸੋਚਦੇ ਹਾਂ ਤੇ ਕੋਈ ਲੋਕ ਆਪਣੇ ਜਿਉਣ ਦੀ ਵਜ੍ਹਾ ਲੱਭ ਲੈਂਦੇ ਹਨ, ਪਰ ਮੇਰੇ ਕੋਲ ਕੋਈ ਵਜ੍ਹਾ ਨਹੀਂ ਸੀ। ਮੈਨੂੰ ਲੱਗਦਾ ਸੀ ਕਿ ਮੈਂ ਪਾਗਲ ਹੋ ਜਾਵਾਂਗੀ। ਮੇਰੀ ਸੱਸ ਮੇਰੇ ਪਤੀ ਨੂੰ ਮੇਰੇ ਕੋਲ ਨਾ ਬਹਿਣ ਦਿੰਦੀ। ਉਹ ਬਿਲਕੁਲ ਪਹਿਲਾਂ ਨਾਲੋਂ ਠੀਕ ਹੋ ਚੁੱਕਿਆ ਸੀ। ਆਪਣੀ ਮਾਂ ਦੇ ਹੱਥਾਂ ਦਾ ਖਿਡੌਣਾ ਬਣ ਚੁੱਕਿਆ ਸੀ। ਜਿਵੇਂ ਉਹ ਕਹਿੰਦੀ ਉਵੇਂ ਹੀ ਕਰਦਾ। ਉਹ ਮੇਰੇ ਨਾਲ ਰਹਿ ਕੇ ਵੀ ਮੇਰੇ ਨਾਲ ਨਾ ਹੁੰਦਾ। ਪਰ ਇੱਕ ਵਾਰ ਫਿਰ ਕਿਸਮਤ ਨੇ ਮੈਨੂੰ ਚੁਣਿਆ ਅਜ਼ਮਾਉਣ ਦੇ ਲਈ। ਮੈਂ ਮਾਂ ਬਣਨ ਵਾਲੀ ਸੀ ਅਤੇ ਇਹ ਖਬਰ ਯਕੀਨਨ ਕਿਸੇ ਅਜਿਹੀ ਲੜਕੀ ਦੇ ਲਈ ਖੁਸ਼ੀ ਦੀ ਹੀ ਹੋਵੇਗੀ ਜਿਸ ਦਾ ਦੁਨੀਆ ਵਿੱਚ ਕੋਈ ਖੂਨ ਦਾ ਰਿਸ਼ਤਾ ਬਾਕੀ ਨਾ ਬਚਿਆ ਹੋਵੇ। ਇਸ ਖਬਰ ਤੇ ਖੁਸ਼ੀ ਹੋਣੀ ਚਾਹੀਦੀ ਸੀ। ਔਲਾਦ ਦੇ ਆਉਣ ਤੋਂ ਬਾਅਦ ਇੱਕ ਮਜ਼ਬੂਤ ਰਿਸ਼ਤਾ ਹੋਵੇਗਾ ਜੋ ਸਿਰਫ ਉਸ ਦਾ ਹੋਵੇਗਾ। ਪਰ ਮੇਰੀ ਇਸ ਘਰ ਵਿੱਚ ਜਗ੍ਹਾ ਹੀ ਕੀ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਜਿਹੋ ਜਿਹੀ ਮੈਂ ਨਰਕ ਭਰੀ ਜ਼ਿੰਦਗੀ ਕੱਢੀ ਆ, ਮੇਰਾ ਬੱਚਾ ਵੀ ਉਹੋ ਜਿਹੀ ਹੀ ਜ਼ਿੰਦਗੀ ਕੱਢੇ। ਜਿਸ ਦਾ ਬਾਪ ਚੰਗਾ ਪਤੀ ਨਹੀਂ ਸਾਬਤ ਹੋਇਆ,
ਜਿਸ ਦਾ ਦਿਮਾਗ ਹਾਲੇ ਵੀ ਉਹੀ ਕਰਦਾ ਜੋ ਉਸ ਦੀ ਮਾਂ ਕਹਿੰਦੀ ਆ। ਮੈਂ ਇੱਕ ਸਰਕਾਰੀ ਹਸਪਤਾਲ ਵਿੱਚ ਨਰਸ ਨਾਲ ਗੱਲ ਕੀਤੀ, ਪਰ ਇੱਥੇ ਵੀ ਮੇਰੀ ਕਿਸਮਤ ਨੇ ਮੇਰਾ ਸਾਥ ਨਾ ਦਿੱਤਾ। ਉਸਨੇ ਕਿਹਾ ਕਿ ਇਸ ਟਾਈਮ ਜੇ ਕੁਝ ਕੀਤਾ ਤਾਂ ਤੇਰੀ ਜਾਨ ਨੂੰ ਖਤਰਾ ਹੋ ਸਕਦਾ। ਚੁੱਪ ਕਰਕੇ ਘਰ ਮੁੜ ਆਈ। ਉਹ ਮਹੀਨੇ ਮੇਰੇ ਲਈ 9 ਸਾਲਾਂ ਵਰਗੇ ਸੀ। ਸ਼ਾਇਦ ਦਿਮਾਗੀ ਸੋਚ ਅਤੇ ਤਕਲੀਫ ਨੇ ਮੈਨੂੰ ਕਮਜ਼ੋਰ ਕਰ ਦਿੱਤਾ ਸੀ। ਇੱਕ ਰਾਤ ਮੇਰੀ ਜ਼ਿੰਦਗੀ ਵਿੱਚ 2 ਮਾਸੂਮ ਹੋਰ ਜੁੜ ਗਏ। ਜਦੋਂ 2 ਜੁੜਵਾ ਬੱਚਿਆਂ ਨੂੰ ਜਨਮ ਦਿੱਤਾ, ਇੱਕ ਬੇਟੀ ਤੇ ਦੂਜਾ ਬੇਟਾ। ਬੱਚਿਆਂ ਨੂੰ ਦੇਖ ਕੇ ਮੈਨੂੰ ਅਜੀਬ ਜਿਹੀ ਖੁਸ਼ੀ ਹੋਈ। ਜੋ ਮੈਂ ਸੋਚਦੀ ਸੀ ਕਿ ਮੈਨੂੰ ਔਲਾਦ ਨਾਲ ਮੁਹੱਬਤ ਨਹੀਂ ਹੋਵੇਗੀ, ਮੈਨੂੰ ਜ਼ਰੂਰਤ ਨਹੀਂ ਕਿਸੇ ਰਿਸ਼ਤੇ ਦੀ। ਇੱਕ ਪਲ ਵਿੱਚ ਸਭ ਕੁਝ ਬਦਲ ਗਿਆ ਸੀ। ਉਹਨਾਂ ਮਾਸੂਮ ਫਰਿਸ਼ਤਿਆਂ ਨੂੰ ਦੇਖਦੇ ਹੀ ਮੈਂ ਮਮਤਾ ਦਾ ਅਹਿਸਾਸ ਕੀਤਾ। ਮੈਂ ਹੁਣ ਹਰ ਰੋਜ਼ ਆਪਣੇ ਬੱਚਿਆਂ ਦੀ ਲੰਮੀ ਜ਼ਿੰਦਗੀ ਦੀਆਂ ਅਰਦਾਸਾਂ ਕਰਦੀ। ਮੇਰੀ ਸੱਸ ਤੇ ਸਾਹਿਲ ਦਾ ਰਵੱਈਆ ਵੀ ਬੱਚਿਆਂ ਪ੍ਰਤੀ ਵਧੀਆ ਹੋ ਗਿਆ ਸੀ। ਮੇਰੀ ਵਰਗੀ ਬਦਕਿਸਮਤ ਦੇ ਲਈ ਇਹੀ ਬਹੁਤ ਸੀ। ਹੌਲੀ ਹੌਲੀ ਬੱਚਿਆਂ ਦੇ ਛੋਟੇ-ਛੋਟੇ ਕੰਮਾਂ ਕਰਦੇ ਕਰਦੇ ਸਮਾਂ ਬੀਤਦਾ ਗਿਆ ਤੇ ਉਹ ਦਿਨ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ, ਜਦੋਂ ਮੇਰੇ ਬੱਚਿਆਂ ਨੇ ਪਹਿਲੀ ਵਾਰ ਮੈਨੂੰ ਮਾਂ ਕਹਿ ਕੇ ਬੁਲਾਇਆ ਸੀ। ਇਹ ਗੱਲ ਉਹ ਲੋਕ ਸਮਝਦੇ ਆ ਜਿਨ੍ਹਾਂ ਦਾ ਕੋਈ ਨਹੀਂ ਹੁੰਦਾ। ਇੱਕ ਦਿਨ ਮੇਰੀ ਸੱਸ ਅਤੇ ਸਾਹਿਲ ਕਿਸੇ ਦੇ ਮਰਗ ਦੇ ਭੋਗ ਤੇ ਗਏ ਸੀ ਤੇ ਵਾਪਸੀ ਸਮੇਂ ਤੇਜ਼ ਰਫ਼ਤਾਰ ਗੱਡੀ ਨਾਲ ਉਹਨਾਂ ਦਾ ਐਕਸੀਡੈਂਟ ਹੋ ਗਿਆ। ਬੱਚਿਆਂ ਦੀ ਖੁਸ਼ੀ ਵਿੱਚ ਮੈਂ ਜੋ ਭੁੱਲਦੀ ਜਾ ਰਹੀ ਸੀ ਕਿ ਮੈਂ ਬਦਕਿਸਮਤ ਹਾਂ। ਮੈਨੂੰ ਕੁਦਰਤ ਨੇ ਇੱਕ ਵਾਰ ਫਿਰ ਤੋਂ ਯਾਦ ਕਰਵਾ ਦਿੱਤਾ ਸੀ ਕਿ ਮੈਂ ਸਾਰੀ ਉਮਰ ਬਦਕਿਸਮਤ ਹੀ ਰਹਾਂਗੀ। ਮੈਂ ਆਪਣੇ ਬੱਚਿਆਂ ਦੇ ਨਾਲ ਬਿਲਕੁਲ ਇਕੱਲੀ ਰਹਿ ਗਈ। ਮੇਰੀ ਸੱਸ ਅਤੇ ਸਾਹਿਲ ਕਿਹੋ ਜਿਹੇ ਵੀ ਸੀ, ਉਹਨਾਂ ਦੇ ਹੁੰਦੇ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਇਕੱਲੀ ਹਾਂ। ਉਸ ਘਰ ਵਿੱਚ ਹੁਣ ਮੈਨੂੰ ਸਾਰੀ ਰਾਤ ਨੀਂਦ ਨਾ ਆਉਂਦੀ। ਉਸ ਦੇ ਨਾਲ ਆਉਣ ਵਾਲੇ ਦਿਨਾਂ ਦੀ ਫਿਕਰ, ਬੱਚਿਆਂ ਦੇ ਪੇਟ ਦੀ ਫਿਕਰ। ਬੱਚੇ ਦੁੱਧ ਦੇ ਲਈ ਰੋਂਦੇ ਰਹਿੰਦੇ। ਦੁੱਧ ਵਾਲੇ ਨੇ ਦੁੱਧ ਦੇਣਾ ਬੰਦ ਕਰ ਦਿੱਤਾ। ਜ਼ਿੰਦਗੀ ਭੁੱਖੇ ਰਹਿ ਕੇ ਕੱਟਣ ਵਾਲੀ ਹੋ ਗਈ। ਮੈਂ ਖੁਦ ਤਾਂ ਭੁੱਖੀ ਰਹਿ ਸਕਦੀ ਸੀ, ਪਰ ਉਸ ਬੱਚਿਆਂ ਨੂੰ ਕਿਵੇਂ ਭੁੱਖੇ ਰੱਖ ਸਕਦੀ ਸੀ। ਮੈਂ ਆਂਢ ਗੁਆਂਢ ਵਿੱਚ ਪਤਾ ਕੀਤਾ ਕਿ ਕਿਸੇ ਨੂੰ ਕੋਈ ਕੰਮ ਹੋਵੇ ਤਾਂ ਮੈਨੂੰ ਦੱਸ ਦਿਓ। ਕਦੇ ਕਦੇ ਕਿਸੇ ਦੇ ਘਰ ਕੰਮ ਮਿਲ ਜਾਂਦਾ ਤੇ ਉਹਨਾਂ ਨਾਲ ਸਾਡਾ ਪੇਟ ਭਰਨ ਲੱਗਾ। ਇੱਥੇ ਵੀ ਉਹੀ ਮਰਦਾਂ ਦਾ ਮੁਹੱਲਾ ਸੀ ਜਿੱਥੇ ਇਕੱਲੀ ਔਰਤ ਹੋਵੇ ਤਾਂ ਮੁਫਤ ਦਾ ਮਾਲ ਸਮਝ ਲਿਆ ਜਾਂਦਾ। ਮੈਨੂੰ ਲੋਕਾਂ ਦੀਆਂ ਨਜ਼ਰਾਂ ਅਤੇ ਨੀਅਤ ਪਰੇਸ਼ਾਨ ਕਰਨ ਲੱਗੀ। ਮੈਂ ਘਰੋਂ ਬਾਹਰ ਨਿਕਲੀ ਤੇ ਪਤਾ ਕੀਤਾ ਕਿ ਕੋਈ ਨੌਕਰੀ ਮਿਲ ਜਾਵੇ। ਮੈਨੂੰ ਇੱਕ ਟੈਕਸੀ ਚਲਾਉਣ ਦੀ ਨੌਕਰੀ ਮਿਲ ਗਈ। ਮੈਂ ਖੁਦ ਮਰਦਾਂ ਵਾਲੇ ਕੱਪੜੇ ਪਾ ਕੇ ਜੌਬ ਕਰਨਾ ਸ਼ੁਰੂ ਕੀਤਾ। ਮੈਂ ਖੁਦ ਨੂੰ ਮਜ਼ਬੂਤ ਬਣਾ ਲਿਆ ਤੇ ਆਪਣੇ ਬੱਚਿਆਂ ਦੀ ਖਾਤਰ ਮੈਂ ਗੱਡੀ ਚਲਾਉਣ ਲੱਗੀ। ਗੱਡੀ ਚਲਾਉਣਾ ਮੈਂ ਉਦੋਂ ਹੀ 6 ਮਹੀਨਿਆਂ ਵਿੱਚ ਉਸ ਗੈਂਗ ਤੋਂ ਸਿੱਖਿਆ ਸੀ। ਗੱਡੀ ਚਲਾਉਣ ਦੀ ਵੀ ਟ੍ਰੇਨਿੰਗ ਦਿੰਦੇ ਸੀ ਤਾਂ ਕਿ ਕੋਈ ਪਰੇਸ਼ਾਨੀ ਆਵੇ ਤੇ ਭੱਜ ਸਕੀਏ। ਇਸ ਲਈ ਬੁਰੇ ਟਾਈਮ ਦਾ ਇੱਕ ਚੰਗਾ ਤਜਰਬਾ ਮੇਰੇ ਕੰਮ ਆ ਗਿਆ ਸੀ। ਹੁਣ ਮੈਂ ਗੱਡੀ ਚਲਾਉਂਦੀ ਤੇ ਕੋਈ ਨਾ ਕੋਈ ਸਵਾਰੀ ਮਿਲ ਜਾਂਦੀ ਤਾਂ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾਉਣਾ ਦੇ ਲਈ ਜੋ ਮਿਲਦਾ ਉਸ ਨਾਲ ਘਰ ਦਾ ਗੁਜ਼ਾਰਾ ਬਸਰ ਹੋ ਜਾਂਦਾ ਸੀ। ਇੱਕ ਆਦਮੀ ਹਰ ਰੋਜ਼ ਮੇਰੇ ਨਾਲ ਸਫ਼ਰ ਕਰਦਾ। ਉਹ ਇੱਕ ਖੂਬਸੂਰਤ ਅਤੇ ਨਰਮ ਦਿਲ ਦਾ ਇਨਸਾਨ ਸੀ। ਕੰਮ ਉਹ ਪਤਾ ਨਹੀਂ ਕੀ ਕਰਦਾ ਸੀ, ਪਰ ਜਾਂਦਾ ਉਹ ਮੇਰੇ ਨਾਲ ਹੀ। ਹੌਲੀ ਹੌਲੀ ਉਹ ਮੇਰੇ ਨਾਲ ਗੱਲਬਾਤ ਕਰਨ ਲੱਗਾ। ਜਦੋਂ ਕੋਈ ਤੁਹਾਨੂੰ ਸੁਣਨ ਵਾਲਾ ਹੋਵੇ ਤਾਂ ਤੁਸੀਂ ਉਸ ਦੇ ਸਾਹਮਣੇ ਆਪਣੇ ਦੁੱਖ ਸ਼ੇਅਰ ਕਰਨ ਲੱਗਦੇ ਹੋ। ਸਫ਼ਰ ਵੀ ਵਧੀਆ ਲੰਘ ਜਾਂਦਾ ਸੀ ਤੇ ਉਹ ਆਦਮੀ ਮੇਰੇ ਨਾਲ ਆਪਣਾ ਸਭ ਦੁੱਖ ਸੁੱਖ ਸਾਂਝਾ ਕਰ ਲੈਂਦਾ ਸੀ। ਇੱਕ ਦਿਨ ਮੈਂ ਉਸ ਨੂੰ ਪੁੱਛਿਆ ਕਿ ਤੂੰ ਵਿਆਹ ਕਿਉਂ ਨਹੀਂ ਕੀਤਾ ਤਾਂ ਉਸ ਨੇ ਕਿਹਾ ਇੱਕ ਲੜਕੀ ਦੇਖੀ ਸੀ, ਉਸ ਨਾਲ ਮੁਹੱਬਤ ਹੋ ਗਈ ਸੀ। ਉਸ ਦੇ ਬਾਅਦ ਜ਼ਿੰਦਗੀ ਨੇ ਅਜਿਹੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ, ਟਾਈਮ ਹੀ ਨਹੀਂ ਲੱਗਿਆ। ਉਹ ਮੇਰੇ ਆਪਣੇ ਹੀ ਝਮੇਲਿਆਂ ਵਿੱਚ ਪਤਾ ਨਹੀਂ ਕਿੱਧਰ ਗੁੰਮ ਗਈ। ਉਹ ਵੀ ਕਿਸਮਤ ਦੀ ਮਾਰੀ ਸੀ, ਪਤਾ ਨਹੀਂ ਕਿਸ ਹਾਲ ਵਿੱਚ ਹੋਵੇਗੀ। ਮੈਂ ਉਸ ਨੂੰ ਕਿਹਾ ਕਿ ਤੂੰ ਮੈਨੂੰ ਉਸ ਦੀ ਫੋਟੋ ਦਿਖਾਈ। ਮੈਨੂੰ ਹੁਣ ਅਗਲੇ ਦਿਨ ਦਾ ਇੰਤਜ਼ਾਰ ਸੀ। ਮੈਂ ਦੇਖਣਾ ਚਾਹੁੰਦੀ ਸੀ ਕਿ ਉਹ ਕਿਹੋ ਜਿਹੀ ਲੜਕੀ ਆ ਜਿਸ ਨੂੰ ਕੋਈ 7 ਸਾਲਾਂ ਦਾ ਮੁਹੱਬਤ ਕਰਦਾ ਹੋਵੇ ਤੇ ਉਸ ਦੇ ਲਈ ਵਿਆਹ ਵੀ ਨਾ ਕੀਤਾ ਹੋਵੇ। ਤੇ ਉਸ ਲੜਕੀ ਦਾ ਕੋਈ ਅਤਾ ਪਤਾ ਨਹੀਂ ਸੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਕੋਈ ਉਸ ਨੂੰ ਇੰਨੀ ਮੁਹੱਬਤ ਕਰਦਾ। ਅਗਲੇ ਦਿਨ ਮੈਂ ਆਪਣਾ ਸਾਰਾ ਕੰਮਕਾਰ ਕਰਕੇ ਬੱਚਿਆਂ ਨੂੰ ਸਕੂਲ ਤੋਰ ਕੇ, ਕਿਉਂਕਿ ਬੱਚੇ ਹੁਣ ਵੱਡੇ ਹੋ ਗਏ ਸੀ, ਸਕੂਲ ਪੜ੍ਹਨ ਲੱਗੇ ਸੀ। ਖੈਰ ਮੈਂ ਆਪਣੇ ਕੰਮ ਲਈ ਨਿਕਲ ਗਈ। ਉਹ ਰਸਤੇ ਵਿੱਚ ਉਸੇ ਹੀ ਜਗ੍ਹਾ ਤੇ ਖੜਾ ਸੀ। ਮੈਂ ਉਸ ਨੂੰ ਆਪਣੀ ਗੱਡੀ ਵਿੱਚ ਬਿਠਾਇਆ। ਕੁਝ ਦੂਰ ਜਾ ਕੇ ਮੈਂ ਉਸ ਨੂੰ ਕਿਹਾ ਕਿ ਮੈਨੂੰ ਉਸ ਲੜਕੀ ਦੀ ਫੋਟੋ ਦਿਖਾਓ। ਜਦੋਂ ਉਸ ਨੇ ਆਪਣੀ ਜੇਬ ਵਿੱਚੋਂ ਫੋਟੋ ਕੱਢੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਹ ਮੇਰੀ ਹੀ ਫੋਟੋ ਮੈਨੂੰ ਦਿਖਾ ਰਿਹਾ ਸੀ।
ਉਹ ਤਸਵੀਰ ਉਦੋਂ ਦੀ ਸੀ ਜਦੋਂ ਮੈਂ ਕਿਡਨੈਪ ਹੋਈ ਸੀ। ਪਤਾ ਨਹੀਂ ਕਿਵੇਂ ਉਸਨੇ ਉਹ ਫੋਟੋ ਲਈ ਸੀ। ਮੈਂ ਫੋਟੋ ਦੇਖਦੇ ਹੀ ਇੱਕਦਮ ਗੱਡੀ ਦੇ ਬ੍ਰੇਕ ਮਾਰੇ। ਉਸਨੇ ਕਿਹਾ ਥੋੜਾ ਧਿਆਨ ਨਾਲ ਚਲਾਓ, ਪਰ ਮੈਂ ਉਸ ਨੂੰ ਕਿਵੇਂ ਦੱਸਦੀ ਕਿ ਮੈਂ ਕਿਸ ਧਿਆਨ ਵਿੱਚ ਹਾਂ। ਜਿਵੇਂ ਉਹ ਦੱਸ ਰਿਹਾ ਸੀ ਕਿ 7 ਸਾਲ ਪਹਿਲਾਂ ਉਹ ਇੱਕ ਗੈਂਗ ਦਾ ਹਿੱਸਾ ਸੀ। ਉਸ ਦਾ ਪਿਛਲਾ ਰਿਕਾਰਡ ਇੱਕ ਕ੍ਰਿਮੀਨਲ ਸੀ। ਫਿਰ ਉਸਨੇ ਦੱਸਿਆ ਕਿ ਮੈਂ ਇੱਕ ਦਿਨ ਇੱਕ ਚਿਹਰਾ ਦੇਖਿਆ ਤੇ ਵਾਅਦਾ ਕੀਤਾ ਕਿ ਮੈਂ ਇਹ ਸਾਰਾ ਕੁਝ ਛੱਡ ਦੇਵਾਂਗਾ ਤੇ ਉਸ ਮਾਸੂਮ ਨਾਲ ਲੜਕੀ ਨੂੰ ਵੀ ਇੱਥੋਂ ਕੱਢਾਂਗਾ, ਕਿਉਂਕਿ ਮੈਨੂੰ ਉਸ ਨਾਲ ਮੁਹੱਬਤ ਹੋ ਗਈ ਸੀ। ਇੱਕ ਦਿਨ ਮੈਂ ਉਸ ਨੂੰ ਭਜਾਉਣ ਵਿੱਚ ਤਾਂ ਕਾਮਯਾਬ ਹੋ ਗਿਆ, ਕਿਉਂਕਿ ਮੈਂ ਉੱਥੇ ਡਰੱਗ ਇੰਜੈਕਸ਼ਨ ਲਾਉਣ ਦਾ ਕੰਮ ਕਰਦਾ ਸੀ। ਪਰ ਉਹ ਕਿੱਧਰ ਚਲੀ ਗਈ ਮੈਨੂੰ ਅੱਜ ਤੱਕ ਨਹੀਂ ਮਿਲੀ। ਉਸਨੇ ਮੈਨੂੰ ਆਪਣਾ ਐਡਰੈਸ ਦਿੱਤਾ। ਮੈਂ ਉਸ ਐਡਰੈਸ ਤੇ ਗਿਆ ਤਾਂ ਉੱਥੇ ਮੈਨੂੰ ਕੁਝ ਨਹੀਂ ਮਿਲਿਆ, ਕਿਉਂਕਿ ਉਸ ਦਾ ਬਾਪ ਉਸ ਦੀ ਜੁਦਾਈ ਵਿੱਚ ਮਰ ਗਿਆ ਸੀ ਤੇ ਖਾਨਦਾਨ ਵਾਲਿਆਂ ਨੇ ਉਸ ਦੀ ਮਾਂ ਅਤੇ ਉਸ ਨੂੰ ਘਰੋਂ ਕੱਢ ਦਿੱਤਾ। ਮੈਨੂੰ ਪਤਾ ਲੱਗਿਆ ਕਿ ਜਿਸ ਦੇ ਕਹਿਣ ਤੇ ਉਸ ਲੜਕੀ ਨੂੰ ਅਗਵਾ ਕੀਤਾ ਗਿਆ ਸੀ ਉਹ ਉਸ ਦੇ ਜਾਣਨ ਵਾਲਾ ਹੀ ਸੀ। ਉਹ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਖੈਰ ਮੈਂ ਉੱਥੇ ਚੁੱਪਚਾਪ ਘਰ ਆ ਗਿਆ। ਹੁਣ ਮੈਂ ਇੱਕ ਗੱਡੀਆਂ ਠੀਕ ਕਰਨ ਵਾਲੀ ਦੁਕਾਨ ਤੇ ਲੱਗਿਆ ਹਾਂ। ਉਸ ਦੀਆਂ ਇਹ ਸਭ ਗੱਲਾਂ ਸੁਣ ਕੇ ਮੈਂ ਇੱਕਦਮ ਚੁੱਪਚਾਪ ਹੋ ਗਈ, ਕਿਉਂਕਿ ਮੈਂ ਨਹੀਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਜਿਸ ਲੜਕੀ ਦੀ ਤੂੰ ਗੱਲ ਕਰ ਰਿਹਾ ਉਹ ਮੈਂ ਹੀ ਹਾਂ, ਕਿਉਂਕਿ ਮੇਰੇ ਨਾਲ ਬਹੁਤ ਗਲਤ ਹੁੰਦਾ ਆ ਰਿਹਾ ਸੀ। ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਨਾਲ ਰਹਿ ਕੇ ਉਸ ਦਾ ਵੀ ਕੁਝ ਬੁਰਾ ਹੋਵੇ। ਮੈਂ ਉਸ ਨੂੰ ਹਰ ਰੋਜ਼ ਆਪਣੀ ਗੱਡੀ ਵਿੱਚ ਬਿਠਾ ਕੇ ਉਸ ਦੇ ਸਟਾਪ ਤੱਕ ਛੱਡ ਦਿੰਦੀ ਤੇ ਮਨ ਹੀ ਮਨ ਮੁਸਕਰਾਉਂਦੀ ਕਿ ਮੈਨੂੰ ਵੀ ਕੋਈ ਇੰਨੀ ਮੁਹੱਬਤ ਕਰ ਸਕਦਾ। ਸੋ ਦੋਸਤੋ, ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਜੇ ਚੈਨਲ ਤੇ ਪਹਿਲੀ ਵਾਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।